ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਤੇ ਫਾਈਨਲੀ ਅਸੀਂ ਕੈਨੇਡਾ ਪਹੁੰਚ ਗਏ ਵਾਪਸ ਆਪਣੇ ਡੈਸਟੀਨੇਸ਼ਨ ਤੇ ਆਫਟਰ ਸੋ ਲੌਂਗ ਸੱਚੀ ਗੱਲ ਹੈ। ਤੇ ਅੱਜ ਹੈਗੀ ਜੀ 25 ਤਰੀਕ ਤੇ ਅਸੀਂ ਕੱਲ ਪਹੁੰਚੇ ਸੀ 24 ਜੁਲਾਈ ਨੂੰ ਅਰਾਊਂਡ 6 ਵਜੇ ਪਹੁੰਚ ਗਏ ਸੀ ਸ਼ਾਮ ਨੂੰ। ਪਰ ਕੱਲ ਇੰਨੇ ਜ਼ਿਆਦਾ ਟਾਇਰਡ ਸੀਗੇ ਕਿ ਵਲੌਗ ਸ਼ੂਟ ਨਹੀਂ ਕੀਤਾ, ਕੁਝ ਕਰਨ ਦਾ ਜੀ ਨਹੀਂ ਸੀ ਕਰਦਾ, ਬਸ ਆ ਕੇ ਸੋ ਗਏ ਤੇ ਸਵੇਰੇ ਉੱਠੇ ਅੱਜ 4 ਵਜੇ। ਸੋ ਅਸੀਂ ਹੁਣ ਆਪਣੇ ਰੂਮ ਵਿੱਚ ਬੈਠੇ ਹਾਂ, ਹੋਟਲ ਕੁਆਰੰਟੀਨ ਕਰ ਰਹੇ ਹਾਂ ਆਪਣਾ ਕੈਨੇਡਾ ਦੇ ਵਿੱਚ, ਜਿਹੜਾ 3 ਡੇ ਮੈਂਡੇਟਰੀ ਹੈਗਾ। ਤੇ ਉਸ ਤੋਂ ਬਾਅਦ ਅਸੀਂ ਆਪਣੇ ਘਰ 'ਚ 11 ਦਿਨ ਕੁਆਰੰਟੀਨ ਕਰਨਾ। ਅਸੀਂ 16 ਜੁਲਾਈ ਦੇ ਚੱਲੇ ਹੋਏ ਹਾਂ ਸ਼ਾਮ ਨੂੰ ਇੰਡੀਆ ਤੋਂ, ਤੇ ਅੱਜ ਹੋ ਗਈ 25 ਜੁਲਾਈ। ਆਲਮੋਸਟ 10 ਕੁ ਦਿਨ ਹੋ ਗਏ ਸਾਨੂੰ ਟਰੈਵਲ ਕਰਦਿਆਂ ਨੂੰ। ਤੇ ਸਾਡੀ ਜਰਨੀ ਕਾਫੀ ਲੰਬੀ ਸੀ ਕਿਉਂਕਿ ਇੱਕ ਹਫ਼ਤਾ ਅਸੀਂ ਸਟੇ ਕੀਤਾ ਸੀ ਸਰਬੀਆ ਦੇ ਵਿੱਚ। 1 ਵੀਕ ਦਾ ਕੁਆਰੰਟੀਨ ਸੀ ਸਾਡਾ ਹੋਟਲ 'ਚ। ਜਦੋਂ ਅਸੀਂ ਆਪਣੀਆਂ ਟਿਕਟਸ ਬੁੱਕ ਕੀਤੀਆਂ ਸੀਗੀਆਂ ਆਪਣੇ ਏਜੰਟ ਤੋਂ, ਉਦੋਂ ਉਹਨੇ ਦੱਸਿਆ ਸੀਗਾ ਕਿ 2 ਦਿਨ ਤੁਸੀਂ ਸਰਬੀਆ ਸਟੇ ਕਰਨਾ ਤੇ ਤੁਸੀਂ 19 ਤਰੀਕ ਤੱਕ ਪਹੁੰਚ ਜਾਓਗੇ ਕੈਨੇਡਾ। ਪਰ ਜਦੋਂ ਨਾਲੇ ਉਹ ਜਿਹੜੀਆਂ ਟਿਕਟ ਸੀ ਸਾਡੀਆਂ ਨੌਨ ਰਿਫੰਡੇਬਲ ਸੀਗੀਆਂ ਤੇ ਨੌਨ ਚੇਂਜੇਬਲ ਸੀਗੀਆਂ। ਤੇ ਪਰ ਜਦੋਂ ਅਸੀਂ ਜਾਣਾ ਸੀਗਾ 2 ਦਿਨ ਪਹਿਲਾਂ ਅਪਡੇਟ ਆ ਗਈ ਸੀਗੀ ਕਿ ਤੁਹਾਨੂੰ ਉੱਥੇ 7 ਡੇਜ਼ ਮੈਂਡੇਟਰੀ ਕੁਆਰੰਟੀਨ ਕਰਨਾ ਪੈਣਾ। ਇਹ ਸਰਬੀਅਨ ਗਵਰਨਮੈਂਟ ਦਾ ਰੂਲ ਨਿਕਲਿਆ ਸੀਗਾ ਉਸ ਟਾਈਮ। ਤੇ ਅਸੀਂ ਫਿਰ ਐਕਸਟਰਾ ਪੈਕੇਜ ਦਾ ਹੋਰ ਪੇ ਕੀਤਾ ਸੀ ਅਗਲੇ 5 ਦਿਨ ਦਾ। ਤੇ ਫਿਰ ਅਸੀਂ 7 ਡੇਜ਼ ਕੁਆਰੰਟੀਨ ਕੀਤਾ ਉੱਥੇ ਸਰਬੀਆ 'ਚ। ਤੇ ਫਿਰ ਅਸੀਂ ਅੱਗੇ ਜਰਮਨੀ ਗਏ ਸੀਗੇ ਜਿੱਥੇ ਸਾਡਾ 6 ਘੰਟੇ ਦਾ ਸਟੇ ਸੀਗਾ। ਤੇ ਉਸ ਤੋਂ ਬਾਅਦ ਅਸੀਂ ਫਾਈਨਲੀ ਆਪਣੀ ਡੈਸਟੀਨੇਸ਼ਨ ਵੈਨਕੂਵਰ ਪਹੁੰਚ ਗਏ। ਸੋ ਪਰਸੋਂ ਨੂੰ ਅਸੀਂ ਘਰੇ ਵਾਪਸ ਚਲੇ ਜਾਵਾਂਗੇ। ਅਸੀਂ ਆਉਣਾ ਸੀਗਾ ਪਹਿਲਾਂ ਤੇ ਪਰ ਫਲਾਈਟਸ ਬੈਨ ਲੱਗੀਆਂ ਹੋਈਆਂ ਸੀਗੀਆਂ, ਡਾਇਰੈਕਟ ਫਲਾਈਟਸ ਤਾਂ ਅਜੇ ਵੀ ਓਪਨ ਨਹੀਂ ਹੋਈਆਂ। ਤੇ ਉਦੋਂ ਅਸੀਂ ਪਹਿਲੀ ਟਿਕਟ ਕਰਾਈ ਸੀ 24 ਜੁਲਾਈ ਦੀ, ਡਾਇਰੈਕਟ ਫਲਾਈਟ ਸੀ ਸਾਡੀ ਏਅਰ ਕੈਨੇਡਾ ਦੀ। ਤੇ ਪਰ ਉਹ ਸਾਡੀ ਕੈਂਸਲ ਹੋ ਗਈ ਤੇ ਸਾਡੀ ਫਾਰਵਰਡ ਹੋ ਗਈ ਸੀ ਨੈਕਸਟ 10 ਅਗਸਤ ਦੀ ਹੋਈ ਸੀਗੀ ਨੈਕਸਟ ਫਲਾਈਟ। ਤੇ ਫਿਰ ਸਾਡੇ ਏਜੰਟ ਦਾ ਦੁਬਾਰਾ ਫੋਨ ਆਇਆ ਸੀਗਾ ਤੇ ਉਹ ਕਹਿੰਦਾ ਕਿ 10 ਅਗਸਤ ਦੀ ਵੀ ਸਾਡੀ ਕੈਂਸਲ ਹੋ ਗਈ ਕਿਉਂਕਿ 15 ਅਗਸਤ ਤੱਕ ਸਾਡਾ ਫਲਾਈਟ ਬੈਨ ਲੱਗ ਗਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਕਿਹਾ ਸੀ ਕਿ ਚਲੋ ਜੇ 15 ਅਗਸਤ ਦੀ ਨਹੀਂ ਮਿਲਦੀ 16, 17 ਅਗਸਤ 18 ਦੀ ਕਰ ਦਿਓ ਹੈ ਨਾ, ਜਿਹੜੀ ਛੇਤੀ ਡੇਟ ਮਿਲਦੀ ਆ। ਪਰ ਉਹ ਕਹਿੰਦਾ ਸੈਪਟੈਂਬਰ ਤੱਕ ਕੋਈ ਡੇਟਸ ਨਹੀਂ ਮਿਲ ਰਹੀਆਂ। ਸੋ ਅਸੀਂ ਕਾਫੀ ਟਾਈਮ ਤੋਂ ਵੈਸੇ ਹੀ ਸਟਕ ਸੀ ਇੰਡੀਆ 'ਚ ਤੇ ਅਸੀਂ ਹੋਰ ਸਟੇ ਨਹੀਂ ਸੀ ਕਰਨਾ ਚਾਹੁੰਦੇ। ਸੋ ਅਸੀਂ ਉਹਨੂੰ ਕਿਹਾ ਕਿ ਜਿਹੜਾ ਰੂਟ ਮਿਲਦਾ ਇਨਡਾਇਰੈਕਟ ਵੇ ਨਾਲ ਸਾਨੂੰ ਮਤਲਬ ਭੇਜ ਦਿਓ ਉੱਥੋਂ ਹੈ ਨਾ। ਸੋ ਉਹਨੇ ਫਿਰ ਸਾਨੂੰ ਸਰਬੀਆ ਦਾ ਰੂਟ ਐਕਸਪਲੇਨ ਕੀਤਾ ਸੀਗਾ ਤੇ ਅਸੀਂ ਫਿਰ ਸਰਬੀਆ ਦੇ ਰੂਟ ਰਾਹੀਂ ਆ ਗਏ। ਪਰ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਜਦੋਂ ਇੰਡੀਆ ਸੀਗੇ ਕਿ ਕਦੀ ਸਾਡੀ ਟਿਕਟ ਐਕਸਟੈਂਡ ਹੋ ਜਾਂਦੀ ਸੀਗੀ। ਪਹਿਲਾਂ ਅਸੀਂ 24 ਨੂੰ ਕਰਵਾਈ, ਉਸ ਤੋਂ ਬਾਅਦ ਫਿਰ 10 ਅਗਸਤ ਦੀ ਹੋ ਗਈ। ਉਸ ਤੋਂ ਬਾਅਦ ਫਿਰ ਕਹਿੰਦੇ ਕਿ ਹੁਣ ਅਗਸਤ 'ਚ ਬੰਦ ਆ, ਹੁਣ ਸੈਪਟੰਬਰ 'ਚ ਹੀ ਓਪਨ ਹੋਣੀ ਹੈ। ਸੋ ਫਿਰ ਮੈਂ ਤੇ ਇੱਕਮ ਨੇ ਸਲਾਹ ਕੀਤੀ ਕਿ ਇੱਦਾਂ ਤਾਂ ਆਪਾਂ ਇੱਥੇ ਮਤਲਬ ਸਟਕ ਰਹਾਂਗੇ। ਆਲਰੇਡੀ ਸਾਨੂੰ 7 ਮੰਥਸ ਹੋ ਗਏ ਸੀਗੇ। ਸੋ ਅਸੀਂ ਤਾਂ ਇਸ ਕਰਕੇ ਅਸੀਂ ਫਿਰ ਕਿਹਾ ਕਿ ਜਿਹੜਾ ਵੀ ਇੰਡਾਇਰੈਕਟ ਰੂਟ ਜਿਹਦੇ ਨਾਲ ਅਸੀਂ ਪਹੁੰਚ ਜਾਈਏ, ਇਹ ਨਹੀਂ ਮੈਟਰ ਕਰਦਾ ਕਿ ਕਿੰਨਾ ਟਾਈਮ ਲੱਗੇ, ਪਰ ਸਾਨੂੰ ਇਹ ਸੀ ਇੱਕ ਵਾਰੀ ਅਸੀਂ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਈਏ। ਔਖੇ ਸੌਖੇ ਤੇ ਦੇਖ ਲਓ ਉਹੀ ਡੇਟ ਆਈ 16 ਦੇ ਚੱਲੇ ਤੇ 24 ਨੂੰ ਹੀ ਵਾਪਸ ਪਹੁੰਚੇ। ਕਿਉਂਕਿ ਫਸਟ ਟਾਈਮ ਜਦੋਂ ਅਸੀਂ ਟਿਕਟ ਬੁੱਕ ਕਰਾਈ ਸੀ ਉਹ 24 ਤਰੀਕ ਹੀ 24 ਸੀਗੀ ਕੀਤੀ ਸੀਗੀ। ਸੋ ਹੁਣ ਆਪਾਂ ਵਲੌਗ ਆਪਣਾ ਸਟਾਰਟ ਕਰਦੇ ਹਾਂ ਤੇ ਸਾਰਾ ਵਲੌਗ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅਸੀਂ ਇੱਕ ਐਕਸਪੀਰੀਅੰਸ ਆਪਣਾ ਸ਼ੇਅਰ ਕੀਤਾ ਹੋਇਆ ਵਲੌਗ 'ਚ, ਕਿੱਥੇ ਅਸੀਂ ਗਏ, ਕਦੋਂ ਚੱਲੇ, ਕਿਵੇਂ ਪਹੁੰਚੇ, ਸੋ ਸਾਰਾ ਆਪਾਂ ਐਕਸਪਲੇਨ ਕੀਤਾ। ਉਹਨਾਂ ਨੂੰ ਵੀ ਹੈਲਪ ਹੋਊਗੀ ਜਿਹੜੇ ਹਜੇ ਵੀ ਇੰਡੀਆ ਦੇ ਵਿੱਚ ਸਟਕ ਨੇ। ਸੋ ਉਹ ਵੀ ਦੇਖ ਸਕਦੇ ਆ ਕਿ ਕਿਸ ਚੀਜ਼ ਦੀ ਸਾਨੂੰ ਜ਼ਰੂਰਤ ਪਈ, ਕੀ ਗਲਤੀਆਂ ਅਸੀਂ ਕੀਤੀਆਂ ਕਿ ਅੱਗੇ ਤੋਂ ਉਹ ਗਲਤੀਆਂ ਨਾ ਕਰਨ। ਅੱਜ ਅਸੀਂ ਜਾ ਰਹੇ ਹਾਂ ਜੀ ਕੋਵਿਡ ਟੈਸਟ ਕਰਾਉਣ। ਤੇ ਜੇ ਤੁਸੀਂ ਕੋਵਿਡ ਟੈਸਟ ਕਰਾਉਣਾ ਉਹਦੀ ਰਿਕੁਆਇਰਮੈਂਟਸ ਇਹ ਹੈਗੀਆਂ ਕਿ ਇੱਕ ਤਾਂ ਤੁਹਾਡੇ ਜਿਹੜੀ ਰਿਪੋਰਟ ਤੇ QR ਕੋਡ ਸ਼ੋ ਹੋਣਾ ਚਾਹੀਦਾ, ਤੇ ਦੂਜਾ ਤੁਹਾਡਾ ਡੇਟ ਆਫ ਬਰਥ, ਤੇ ਥਰਡ ਤੁਹਾਡਾ ਪਾਸਪੋਰਟ ਨੰਬਰ ਉਹ ਤੁਹਾਡਾ ਮੈਂਸ਼ਨ ਹੋਣਾ ਚਾਹੀਦਾ, ਜ਼ਰੂਰੀ ਹੈ ਜਿਹੜਾ ਰਿਪੋਰਟ ਤੇ ਜਿਹੜਾ ਤੁਹਾਡਾ ਕੋਵਿਡ ਟੈਸਟ ਹੋਣਾ ਉਹ RT-PCR ਰਿਪੋਰਟ ਹੋਣੀ ਚਾਹੀਦੀ ਸਾਡੀ ਕੋਵਿਡ ਟੈਸਟ ਦੀ। ਸਾਡੀ ਜਿਹੜੀ ਫਲਾਈਟ ਸੀ ਉਹ 17 ਜੁਲਾਈ ਦੀ ਸੀਗੀ ਸਵੇਰ ਦੇ 3 ਵਜੇ ਦੀ, ਤੇ ਅਸੀਂ ਜਿਹੜਾ ਟੈਸਟ ਕਰਵਾਇਆ ਸੀਗਾ ਕੋਵਿਡ ਦਾ ਉਹ 15 ਜੁਲਾਈ ਨੂੰ ਕਰਵਾਇਆ ਸੀ ਅਰਾਊਂਡ ਸ਼ਾਮ ਦੇ 6 ਵਜੇ। ਤੇ ਸਾਡੀ ਰਿਪੋਰਟ ਨੈਕਸਟ ਡੇ ਆ ਗਈ ਸੀਗੀ ਵਿਦਿਨ 24 ਆਵਰਸ। ਬਸ ਇੱਕ ਚੀਜ਼ ਮੇਕ ਸ਼ੋਰ ਕਰਿਓ ਜਦੋਂ ਤੁਸੀਂ ਕੋਵਿਡ ਟੈਸਟ ਕਰਾਉਣਾ ਉਹਦੀ ਜਿਹੜੀ ਟਾਈਮਿੰਗ ਹੈ ਉਹ 48 ਆਵਰਸ ਹੋਣੀ ਚਾਹੀਦੀ ਹੈ ਸਰਬੀਆ ਪਹੁੰਚਣ ਤੱਕ। ਜਾਂਦੇ ਜਾਂਦੇ ਆਪਾਂ ਘੰਟਾ ਦੇ ਘੁੱਟ ਲਾ ਚੀਅਰਸ ਤਾਂ ਕੀਤੀ ਨਹੀਂ ਹੈ, ਚੀਅਰਸ ਜਾਂਦੇ ਜਾਂਦੇ ਇੱਕ ਘੰਟਾ ਦਾ ਘੁੱਟ।
ਅੱਜ ਹੈਗੀ ਆ ਜੀ 16 ਜੁਲਾਈ ਤੇ ਸ਼ਾਮ ਦੇ 5 ਵੱਜ ਰਹੇ ਆ ਤੇ ਅਸੀਂ ਐਂਟਰ ਕਰਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ। ਸੋ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਦਰਬਾਰ ਸਾਹਿਬ, ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦੇ ਹਾਂ ਤੇ ਫਿਰ ਆਪਾਂ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਹਾਂ। ਸੋ ਅਸੀਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਗਏ ਅਤੇ ਆ ਇਹਨਾਂ ਨੇ ਬਹੁਤ ਪਿਆਰਾ ਮਾਡਲ ਤਿਆਰ ਕੀਤਾ ਹੋਇਆ ਗੋਲਡਨ ਟੈਂਪਲ ਦਾ। ਪਿੱਛੇ ਸ਼ਬਦ ਵੀ ਬੜੇ ਸੋਹਣੇ ਲਾਏ ਹੋਏ ਆ। ਅਤੇ ਇੱਥੇ ਰਾਤ ਦੇ 11 ਵੱਜ ਗਏ ਅਤੇ ਸਾਡੀ ਸਵੇਰ ਦੀ ਫਲਾਈਟ 3 ਵਜੇ ਦੀ। ਸੋ ਅਜੇ ਤਾਂ ਇਮੀਗ੍ਰੇਸ਼ਨ ਓਪਨ ਹੋਇਆ ਨਹੀਂ ਗਾ, ਜਦੋਂ ਓਪਨ ਹੋਏਗਾ ਫਿਰ ਆਪਾਂ ਇਮੀਗ੍ਰੇਸ਼ਨ ਕਰਾਉਣਾ ਅਤੇ ਇਮੀਗ੍ਰੇਸ਼ਨ ਕਰਾ ਕੇ ਆਪਾਂ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਹਾਂ। ਟਾਈਮ ਰਾਤ ਦਾ 1 ਵੱਜ ਗਿਆ ਸੀ ਅਤੇ ਸਾਡੀ ਇਮੀਗ੍ਰੇਸ਼ਨ ਸਟਾਰਟ ਹੋ ਗਈ ਸੀਗੀ। ਇੱਥੇ ਸਾਡੇ ਤੋਂ ਇਹਨਾਂ ਨੇ ਕੋਵਿਡ ਟੈਸਟ ਦੇ ਰਿਜ਼ਲਟ ਮੰਗੇ ਸੀਗੇ ਅਤੇ ਪਾਸਪੋਰਟ, PR ਕਾਰਡ ਅਤੇ ਟਿਕਟਸ ਦੇਖੀਆਂ ਸੀ ਸਾਡੀਆਂ। ਅਤੇ ਜਿਹੜਾ ਹੋਟਲ ਅਸੀਂ ਸਰਬੀਆ ਵਿੱਚ ਬੁੱਕ ਕੀਤਾ ਸੀ 7 ਡੇ ਕੁਆਰੰਟੀਨ ਪੈਕੇਜ ਵਾਲਾ, ਉਹ ਇਹਨਾਂ ਨੇ ਸਾਡਾ ਪੈਕੇਜ ਚੈੱਕ ਕੀਤਾ ਸੀਗਾ। ਟਾਈਮ ਰਾਤ ਦੇ 3 ਵੱਜ ਗਏ ਸੀ ਅਤੇ ਅਸੀਂ ਪਲੇਨ 'ਚ ਬਹਿ ਗਏ ਸੀ। ਸਾਡੀ ਕਤਰ ਏਅਰਵੇਜ਼ ਸੀਗੀ ਜਿਹੜੀ ਸਾਨੂੰ ਅੰਮ੍ਰਿਤਸਰ ਤੋਂ 4 ਘੰਟੇ ਦੇ ਵਿੱਚ ਦੋਹਾ ਲੈ ਗਈ ਸੀ ਅਤੇ ਉਸ ਤੋਂ ਬਾਅਦ ਸਾਡੀ ਉੱਥੇ 3 ਘੰਟੇ ਸਟੇ ਸੀਗੀ ਏਅਰਪੋਰਟ 'ਤੇ। ਸਟੇ ਕਰਨ ਤੋਂ ਬਾਅਦ ਅਸੀਂ ਫਿਰ ਨੈਕਸਟ ਪਲੇਨ ਲਿਆ, ਉਹ ਸਾਨੂੰ ਲੈ ਕੇ ਗਿਆ ਬੈਲਗ੍ਰੇਡ ਸਰਬੀਆ, ਜਿਹੜਾ ਅਸੀਂ 5 ਘੰਟਿਆਂ 'ਚ ਪਹੁੰਚ ਗਏ ਸੀ ਉੱਥੇ। ਸਫ਼ਰ ਸਾਰਾ ਬਹੁਤ ਅਨਕੰਫਰਟੇਬਲ ਰਿਹਾ ਸਾਡਾ, ਕਿਉਂਕਿ ਇੱਕ ਤਾਂ ਰਾਤ ਸੀ, ਸੁੱਤੇ ਨਹੀਂ ਸੀ ਸਾਰੀ ਰਾਤ, ਉੱਤੋਂ ਫੇਸ ਮਾਸਕ ਅਤੇ ਫੇਸ ਸ਼ੀਲਡ ਲਾਈ ਹੋਈ ਸੀਗੀ। ਬਹੁਤ ਔਖੇ ਰਹੇ ਸਾਰੇ ਸਫ਼ਰ 'ਚ। ਅਸੀਂ ਦੋਹਾ ਕਤਰ ਪਹੁੰਚ ਗਏ ਸੀ ਅਤੇ ਪਲੇਨ ਤੋਂ ਉਤਰਦੇ ਸਾਰ ਹੀ ਸਾਨੂੰ ਬੱਸ 'ਚ ਬਿਠਾਤਾ ਸੀ ਅਤੇ ਬੱਸ ਨੇ ਸਾਨੂੰ ਅੱਗੇ ਏਅਰਪੋਰਟ 'ਤੇ ਡਰੋਪ ਕਰਤਾ ਸੀ, ਜਿੱਥੋਂ ਸਾਡੀ ਕਨੈਕਟਿੰਗ ਫਲਾਈਟ ਸੀ ਬੈਲਗ੍ਰੇਡ ਸਰਬੀਆ ਦੀ। ਦੋਹਾ ਅਸੀਂ ਸਵੇਰ ਦੇ 5:30 ਵਜੇ ਪਹੁੰਚ ਗਏ ਸੀਗੇ ਅਤੇ ਇੱਥੇ ਗਰਮੀ ਬਹੁਤ ਜ਼ਿਆਦਾ ਸੀ, ਟੈਂਪਰੇਚਰ ਅਰਾਊਂਡ 39 ਡਿਗਰੀ ਸੀਗਾ ਅਤੇ ਏਅਰਪੋਰਟ 'ਤੇ ਜ਼ਿਆਦਾ ਰਸ਼ ਵੀ ਹੈ ਨਹੀਂ ਸੀ, ਕਿਉਂਕਿ ਫਲਾਈਟਸ ਬਹੁਤ ਘੱਟ ਚੱਲ ਰਹੀਆਂ ਸੀ ਉਸ ਟਾਈਮ। ਰਾਜਨ, ਜਿਹੜੀ ਆਪਾਂ ਕਰੰਸੀ ਐਕਸਚੇਂਜ ਕਰਾਉਣੀ ਉਹ ਕਰਵਾ ਲਈਏ। ਫਿਰ ਆਪਾਂ ਦੇਖੀਏ ਉੱਧਰ ਕਿੱਥੇ ਆ, ਉਹਦੇ ਕੀ ਬਣਿਆ। ਭਾਲੂ ਜੇ ਭਾਲੂ ਨਹੀਂ ਸਾਰੇ ਖੇਡਣ ਵਾਲੇ, ਆਹ ਖੇਡਣ ਵਾਸਤੇ ਬੱਚਿਆਂ ਲੈ ਲੈਣ ਚ ਬਣਾਇਆ। ਪ੍ਰੇਅਰ ਰੂਮ ਵੀ ਬਣਾਇਆ ਇਹਨਾਂ ਨੇ, ਹੈ ਕੁਆਇਟ ਰੂਮ ਵੀ ਆ, ਪ੍ਰੇਅਰ ਰੂਮ ਵੀ। ਦੇਖ ਜਿਹੜੀ ਚੱਕੀ ਏਅਰਪੋਰਟ 'ਤੇ ਸਾਨੂੰ ਭੁੱਖ ਲੱਗੀ ਸੀ ਅਤੇ ਅਸੀਂ ਇਹ 2 ਗ੍ਰੀਕ ਯੋਗਰਟ ਲਏ ਸੀ। ਕਾਫੀ ਮਹਿੰਗੇ ਪੈ ਗਏ ਸੀ ਸਾਨੂੰ, ਅਰਾਊਂਡ $25 ਦੇ 2 ਪਏ ਸੀਗੇ ਸਾਨੂੰ ਇਹ ਗ੍ਰੀਕ ਯੋਗਰਟਸ। ਟਰਾਈ ਕਰਿਓ ਜੇ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਤਾਂ US ਕਰੰਸੀ ਲੈ ਕੇ ਜਾਇਓ ਨਾਲ, ਕਿਉਂਕਿ ਉਹ ਹਰ ਇੱਕ ਏਅਰਪੋਰਟ 'ਤੇ ਚੱਲ ਜਾਂਦੀ ਹੈ ਤੁਹਾਡੀ। ਮੈਂ ਗਲਤੀ ਕਰ ਲਈ ਸੀਗੀ, ਮੈਂ ਇੰਡੀਅਨ ਕਰੰਸੀ ਜ਼ਿਆਦਾ ਚੱਕੀ ਹੋਈ ਸੀ ਅਤੇ ਉਹ ਮੇਰੀ ਕਿਤੇ ਐਕਸਚੇਂਜ ਨਹੀਂ ਸੀ ਹੋਈ। ਲੋਕਲ ਟਾਈਮ ਦੋਹਾ ਦੇ ਵਿੱਚ ਸਵੇਰ ਦੇ 8:30 ਵੱਜ ਗਏ
ਤੇ ਅਸੀਂ ਹੁਣ ਇੱਥੋਂ ਡਾਇਰੈਕਟ ਫਲਾਈਟ ਬੈਲਗ੍ਰੇਡ ਸਰਬੀਆ ਦੀ ਲੈਣ ਲੱਗੇ ਹਾਂ ਤੇ ਵਿਦਿਨ 5 ਆਵਰਸ ਅਸੀਂ ਬੈਲਗ੍ਰੇਡ ਪਹੁੰਚ ਜਾਣਾ। ਅਸੀਂ ਸਰਬੀਆ ਸੇਫਲੀ ਲੈਂਡ ਕਰ ਗਏ ਹਾਂ ਤੇ ਲੋਕਲ ਟਾਈਮ ਸਰਬੀਆ ਦੇ ਵਿੱਚ 11:40 ਹੋ ਗਏ ਸਵੇਰ ਦੇ ਤੇ ਬਸ ਅਸੀਂ ਇੱਥੋਂ ਬੈਗਸ ਪਿਕ ਕਰਕੇ ਬਾਹਰ ਚਲੇ ਜਾਣਾ। ਬਾਹਰ ਏਜੰਟ ਸਾਡੀ ਵੇਟ ਕਰਦਾ ਪਿਆ ਜਿਹਨੇ ਅੱਗੇ ਸਾਨੂੰ ਏਅਰਪੋਰਟ ਤੋਂ ਹੋਟਲ ਤੱਕ ਡ੍ਰੌਪ ਕਰਨਾ। ਇਮੀਗ੍ਰੇਸ਼ਨ ਤੇ ਇਹਨਾਂ ਨੇ ਸਾਡਾ ਪਾਸਪੋਰਟ ਦੇਖਿਆ ਸੀ ਤੇ ਜਿਹੜੇ ਹੋਟਲ ਵਿੱਚ ਅਸੀਂ 7 ਡੇਜ਼ ਦਾ ਕੁਆਰੰਟੀਨ ਕਰਨਾ ਸੀਗਾ ਉਹਦੀ ਕਨਫਰਮੇਸ਼ਨ ਮੰਗੀ ਸੀ। ਆਹ ਸਾਡਾ ਏਜੰਟ ਆ ਜਿਹਨੇ ਸਾਨੂੰ ਏਅਰਪੋਰਟ ਤੋਂ ਪਿਕ ਕੀਤਾ ਤੇ ਹੁਣ ਹੋਟਲ ਤੱਕ ਡ੍ਰੌਪ ਕਰਕੇ ਆਏਗਾ। ਤੇ ਸਾਡੇ ਨਾਲ 8 ਜਣੇ ਹੋਰ ਸੀ ਜਿਹੜੇ ਕੈਨੇਡਾ ਜਾ ਰਹੇ ਸੀ ਵਾਇਆ 3rd ਕੰਟਰੀ। ਸੋ ਅਸੀਂ ਮਿੰਨੀ ਬੱਸ 'ਚ ਬੈਠ ਗਏ ਹਾਂ ਤੇ ਹੋਟਲ ਵੱਲ ਨੂੰ ਜਾ ਰਹੇ ਹਾਂ। ਇਹ ਮਰਸੀਡੀਜ਼ ਦੀ ਮਿੰਨੀ ਬੱਸ ਹੈ। ਇਹਦੀ ਸੀਟਿੰਗ ਕਾਫੀ ਕੰਫਰਟੇਬਲ ਹੈ ਤੇ ਅੰਦਰ ਵੀ ਵਾਈਫਾਈ ਵਗੈਰਾ ਲੱਗਿਆ ਹੋਇਆ। ਤੇ ਆਹ ਤੁਸੀਂ ਦੇਖ ਸਕਦੇ ਹੋ ਸਰਬੀਆ ਕਾਫੀ ਬਿਊਟੀਫੁਲ ਕੰਟਰੀ ਹੈ। ਇਹ ਯੂਰਪ ਦੀ ਇੱਕ ਕੰਟਰੀ ਹੈ ਤੇ ਬੈਲਗ੍ਰੇਡ ਜਿੱਥੇ ਆਪਾਂ ਘੁੰਮ ਰਹੇ ਹਾਂ ਇਸ ਟਾਈਮ ਇਹਦੀ ਕੈਪੀਟਲ ਹੈ। ਇੱਥੇ ਜਿਹੜੀ ਕਰੰਸੀ ਚੱਲਦੀ ਹੈ ਉਹ ਚੱਲਦੀ ਹੈ ਸਰਬੀਅਨ ਦਿਨਾਰ ਤੇ ਇਹ ਇੰਡੀਆ ਤੋਂ ਵੀ ਜ਼ਿਆਦਾ ਗਰੀਬ ਕੰਟਰੀ ਹੈ ਪਰ ਫਿਰ ਵੀ ਇਹ ਕਾਫੀ ਮੇਨਟੇਨ ਹੋਈ ਹੈ। ਪੁਲਿਸ ਨੂੰ ਵੀ ਇੱਥੇ BMW ਕਾਰਸ ਮਿਲੀਆਂ ਹੋਈਆਂ। ਸੋ ਅੱਜ ਸਾਡਾ ਫਸਟ ਡੇ ਹੈ ਬੈਲਗ੍ਰੇਡ ਸਰਬੀਆ ਦੇ ਵਿੱਚ ਤੇ ਸਾਡਾ ਜਾਂਦੇ ਹੋਟਲ ਦੇ ਵਿੱਚ ਕੋਵਿਡ ਟੈਸਟ ਹੋਣਾ ਤੇ ਜਦੋਂ ਅਸੀਂ 7th ਡੇ ਨਿਕਲਣਾ ਇੱਥੋਂ ਤਾਂ ਸਾਡਾ 2nd ਕੋਵਿਡ ਟੈਸਟ ਫੇਰ ਹੋਣਾ। ਸੋ ਅਸੀਂ ਆਪਣੇ ਹੋਟਲ ਪਹੁੰਚ ਗਏ ਹਾਂ ਤੇ ਸਾਡੇ ਹੋਟਲ ਦਾ ਨਾਮ ਹੈ ਯੂਗੋਸਲਾਵੀਆ। ਇੱਥੇ ਅਸੀਂ 7 ਡੇਜ਼ ਦਾ ਕੁਆਰੰਟੀਨ ਕਰਨਾ ਤੇ ਉਸ ਤੋਂ ਬਾਅਦ ਅਸੀਂ ਫਿਰ ਜਰਮਨੀ ਜਾਵਾਂਗੇ। ਸੋ ਆਹ ਹੈ ਜੀ ਸਾਡੇ ਰੂਮ ਤੋਂ ਬਾਹਰ ਦਾ ਵਿਊ ਤੇ ਮੈਂ ਤਾਂ ਰੋਜ਼ ਬਾਹਰ ਬਹਿ ਕੇ ਰੋਟੀ ਖਾਂਦਾ ਹੁੰਦਾ ਸੀ ਤੇ ਸਾਡੇ ਏਜੰਟ ਨੇ 3 ਟਾਈਮ ਦਾ ਮੀਲ ਇਨਕਲੂਡ ਕੀਤੀ ਸੀ ਪੈਕੇਜ ਦੇ ਵਿੱਚ। ਬ੍ਰੇਕਫਾਸਟ, ਲੰਚ, ਡਿਨਰ ਸਾਨੂੰ 3 ਟਾਈਮ ਇੰਡੀਅਨ ਫੂਡ ਮਿਲਿਆ ਸੀਗਾ ਉੱਥੇ ਤੇ ਸਾਡਾ ਟਾਈਮ ਤਾਂ ਹੀ ਵਧੀਆ ਨਿਕਲ ਗਿਆ ਇੰਡੀਅਨ ਫੂਡ ਕਰਕੇ। ਅੱਜ ਹੈਗੀ ਹੈ ਜੀ 24 ਜੁਲਾਈ ਤੇ ਸਾਡਾ 7 ਡੇਜ਼ ਦਾ ਕੁਆਰੰਟੀਨ ਕੰਪਲੀਟ ਹੋ ਗਿਆ। ਟਾਈਮ ਰਾਤ ਦੇ 2 ਵੱਜ ਰਹੇ ਤੇ ਸਾਡਾ ਏਜੰਟ ਸਾਨੂੰ ਹੋਟਲ ਤੋਂ ਪਿਕ ਕਰਨ ਆ ਗਿਆ। ਸਵੇਰ ਦੇ 6 ਵੱਜ ਗਏ ਤੇ ਅਸੀਂ ਬੈਲਗ੍ਰੇਡ ਤੋਂ ਲੁਫਥਾਂਸਾ ਏਅਰਲਾਈਨਸ ਲੈ ਕੇ ਜਰਮਨੀ ਵੱਲ ਨੂੰ ਚੱਲਣ ਲੱਗੇ ਹਾਂ ਤੇ ਅਸੀਂ ਉੱਥੇ 2 ਘੰਟਿਆਂ ਦੇ ਵਿੱਚ ਪਹੁੰਚ ਜਾਣਾ।
ਇੱਥੋਂ ਦਾ ਲੋਕਲ ਟਾਈਮ ਤੇ ਜਰਮਨੀ ਦਾ ਸੇਮ ਹੀ ਹੈ, ਸੋ ਅਸੀਂ ਉੱਥੇ 8 ਵਜੇ ਪਹੁੰਚ ਜਾਵਾਂਗੇ ਜਰਮਨੀ। ਸਵੇਰ ਦੇ 8 ਵੱਜ ਗਏ ਤੇ ਅਸੀਂ ਫਰੈਂਕਫਰਟ ਜਰਮਨੀ ਪਹੁੰਚ ਗਏ ਹਾਂ। ਇੱਥੇ ਸਾਡਾ 6 ਘੰਟਿਆਂ ਦਾ ਸਟੇ ਹੈ ਏਅਰਪੋਰਟ ਤੇ ਉਸ ਤੋਂ ਬਾਅਦ ਸਾਡੀ ਡਾਇਰੈਕਟ ਫਲਾਈਟ ਆ ਵੈਨਕੂਵਰ ਨੂੰ। ਪਲੇਨ ਤੋਂ ਉਤਰਦਿਆਂ ਸਾਰ ਹੀ ਅਸੀਂ ਮੈਟਰੋ 'ਚ ਬਹਿ ਗਏ ਹਾਂ ਤੇ ਮੈਟਰੋ ਨੇ ਸਾਨੂੰ ਅੱਗੇ ਆਪਣੀ ਕਨੈਕਟਿੰਗ ਫਲਾਈਟ ਤੱਕ ਲੈ ਕੇ ਜਾਣਾ। ਸੋ ਜਿਹੜੇ ਪਿੱਛੇ ਪਲੇਨ ਦਿਖ ਰਹੇ ਆ, ਅਸੀਂ ਉੱਥੇ ਜਾਣਾ ਘੁੰਮ ਘੁਮਾ ਕੇ ਮੈਟਰੋ 'ਚ, ਤੇ ਉੱਥੇ ਸਾਡੀ ਕਨੈਕਟਿੰਗ ਫਲਾਈਟ ਆ। ਇੱਥੇ ਹੁਣ ਪਹਿਲਾਂ 6 ਘੰਟੇ ਸਟੇ ਕਰਾਂਗੇ ਏਅਰਪੋਰਟ 'ਤੇ, ਫਿਰ ਸਾਡੀ ਅੱਗੇ 10 ਘੰਟੇ ਦੀ ਡਾਇਰੈਕਟ ਫਲਾਈਟ ਆ ਵੈਨਕੂਵਰ ਦੀ। ਸਫ਼ਰ ਸਾਡਾ ਬਹੁਤ ਜ਼ਿਆਦਾ ਲੰਬਾ ਅਤੇ ਟਾਇਰਿੰਗ ਸੀਗਾ, ਅਤੇ ਆਈ ਥਿੰਕ ਇਹ ਮੈਮਰੀ ਬਣ ਜਾਣੀ ਹੈ ਸਾਡੀ, ਕਿਉਂਕਿ ਜਦੋਂ ਫਸਟ ਟਾਈਮ ਸਟਾਰਟਿੰਗ 'ਚ ਆਏ ਸੀਗੇ ਅਸੀਂ ਇੰਡੀਆ, ਉਦੋਂ ਅਸੀਂ ਡਾਇਰੈਕਟ ਫਲਾਈਟ ਲੈ ਕੇ ਆਏ ਸੀ 14 ਘੰਟੇ 'ਚ ਇੱਥੇ ਪਹੁੰਚ ਗਏ ਸੀ, ਅਤੇ ਹੁਣ ਦੇਖ ਲਓ ਆਲਮੋਸਟ 10 ਦਿਨ ਹੋਣ ਵਾਲੇ ਹੋ ਗਏ, ਅਜੇ ਤੱਕ ਘਰੇ ਨਹੀਂ ਪਹੁੰਚੇ। ਸੋ ਫਾਈਨਲੀ ਅਸੀਂ ਆਪਣੀ ਲਾਸਟ ਡਾਇਰੈਕਟ ਫਲਾਈਟ ਵਿੱਚ ਬਹਿ ਗਏ ਹਾਂ, ਜਿਹਨੇ ਸਾਨੂੰ ਜਰਮਨੀ ਤੋਂ ਵੈਨਕੂਵਰ ਲੈ ਜਾਣਾ 10 ਘੰਟਿਆਂ 'ਚ। ਅਤੇ ਆਪਾਂ ਵਲੌਗ ਦਾ ਇੱਥੇ ਹੀ ਐਂਡ ਕਰਾਂਗੇ ਅੱਜ ਦਾ, ਅਤੇ ਤੁਹਾਨੂੰ ਕੈਨੇਡਾ ਜਾ ਕੇ ਮਿਲਾਂਗੇ, ਕਿਉਂਕਿ ਅਜੇ ਕੈਨੇਡਾ ਜਾ ਕੇ ਅਸੀਂ ਕੋਵਿਡ ਟੈਸਟ ਕਰਾਉਣਾ, ਅਤੇ 3 ਦਿਨ ਹੋਟਲ ਕੁਆਰੰਟੀਨ ਕਰਨਾ, ਅਤੇ 11 ਦਿਨ ਘਰੇ ਕੁਆਰੰਟੀਨ ਕਰਨਾ, ਅਤੇ 8ਵੇਂ ਦਿਨ ਫਿਰ ਇੱਕ ਕੋਵਿਡ ਟੈਸਟ ਘਰੇ ਕਰਨਾ। ਸਾਨੂੰ ਕਿੱਟ ਦੇਣਗੇ ਕੋਵਿਡ ਦੀ, ਘਰੇ ਆਪ ਟੈਸਟ ਕਰਨ ਲਈ। ਸੋ ਚਲੋ ਤੁਹਾਨੂੰ ਕੈਨੇਡਾ ਜਾ ਕੇ ਮਿਲਦੇ ਹਾਂ ਫਿਰ। ਹੁਣ ਲਈ ਬਾਏ ਬਾਏ, ਟੇਕ ਕੇਅਰ।